सतगुर की सेवा सफल है, देखो करे जिंद मन जिंदया बलवान हमें विचों जाए। परम सत्कारयोग गुरु रूप गुरु प्यारी साध संगत जी, आप सब माई भाई सतगुरां दी हजूरी अंदर सेवकां दे गृह विखे जुड़ बैठे हो। सारे ही परिवार ने बाणी दा ओट आसरा लिया। दर घर दे प्रीतवान सरदार सुखविंदर सिंह जी दे बेटे दे सतपाल सिंह दे विआह दे दिहाड़े नूं मुख रखदिया बाणी दा ओट आसरा लिया। धन गुरु पंचम पातशाह गुरु अर्जन देव जी महाराज जी दी सुखां दी मणी सुखमणी साहिब जी दी बाणी दा उचारण गुरु अर्जन देव पातशाह महाराज जी ने किया। ये बाणी गुरु अर्जन देव पातशाह महाराज जी ने जे कोई बाणी नूं प्यार ते सत्कार नाल पढ़ लवे, ये बाणी गुरु अर्जन देव पातशाह महाराज जी ने साडे दुखां दा नाश, सुखां दी मणी जिन्हों आपां सुखमणी साहब आखदे हां, सुखां दी मणी महाराजिया ने उचारण कीती, हुणे जाप होए ने। सारे ही परिवार ने बाणी दा ओट आसरा लिया। सतगुरां दे चरण पवाणे कीते हन घर। सतगुरां दा किरपा कीती है सारे ही परिवार ते। खुशियां दे दिहाड़े नूं मुख रखदियां सतगुरां ने सारे परिवार नूं अपने चरनां नाल जोड़िया। सारे परिवार ने सेवा कीती है। सतगुर की सेवा सफल है, जे को करे चित लाई। जे कोई सेवा मन चित लाके कर ले, सा सेवा कीती सफल है। जित सतगुर का मन मन्ने, जित सतगुर का मन मन्निया ता पाप को संभल पन्ने। जे मन जित लागे सेवा कर ली, सतगुरां दी कर ली, सतगुरां दे प्यारिਆਂ सेवकां दी कर ली, संगत दी कर ली, संगत दी सेवा कर ली, वो भी सतगुरां दी सेवा है। क्योंकि सतगुरां दी बाणी आखदी है, विच संगत हर प्रभ वसै जियो। सतगुर किथे वसदे ने, किथे वसदे ने? महाराज कहंदे ने वो संगत दे विच, हर एक मनुख दे विच वसदे ने। वो घटा घटा विच वसदे हन। वो मालक जंगलां दे विच नहीं वसदा, वो रब जंगलां दे विच नहीं लभदा, नहीं मिलदा। जे रब मिलदा नहातियां धोतियां तां मिलदा डड्डियां मच्छियां। बुल्ले शाह आखदा, कहंदे जे रब नहातियां धोतियां तन नूं सुच्चा रखे मिलदा हुंदा तां ओह सारियां नालों पहलां डड्डियां ते मच्छियां 24 घंटे रहिंदियां पानी विच ने। ओह रब उन्हां नूं मिल जाना सी
ਤੇ ਜੇ ਰੱਬ ਮਿਲਦਾ ਜੰਗਲਾਂ ਦੇ ਵਿੱਚ, ਮਿਲਦਾ ਗਾਵਾਂ ਵੱਛੀਆਂ। ਗਾਵਾਂ ਵੱਛੀਆਂ ਜੀਵ ਜੰਤੂ ਆਦਿ ਜੰਗਲਾਂ ਦੇ ਵਿੱਚ ਰਹਿੰਦੇ ਨੇ, ਸਾਰਿਆਂ ਨਾਲੋਂ ਪਹਿਲਾਂ ਉਹਨਾਂ ਨੂੰ ਰੱਬ ਮਿਲ ਜਾਣਾ ਸੀ। ਬੁੱਲੇ ਸ਼ਾਹ ਆਖਦਾ, ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਆਪ ਵਿੱਚ ਵੜਿਆ ਹੀ ਨਾ, ਕਦੇ ਆਪਣੇ ਆਪ ਨੂੰ ਖੋਜਿਆ ਹੀ ਨਾ। ਰੱਬ ਤੇਰੇ ਅੰਦਰ ਸੀ, ਰੱਬ ਤੇਰੇ ਅੰਦਰ ਹੀ ਸੀ, ਪਰ ਮੰਦਰਾਂ ਮਸੀਤਾਂ ਵਿੱਚ ਇਉਂ ਲੱਭਦਾ ਫਿਰਿਆ, ਭੱਜਦਾ ਫਿਰਿਆ। ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਆਪ ਵਿੱਚ ਵੜਿਆ ਹੀ ਨਾ। ਵੇਦ ਕਤੇਬਾਂ ਬਹੁਤ ਹੀ ਪੜ੍ਹ ਲਏ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਾ। ਬੜੇ ਵੇਦ, ਵੱਡੇ ਵੱਡੇ ਸ਼ਾਸਤਰ, ਕਤੇਬਾਂ ਪੜ੍ਹ ਲਏ, ਪਰ ਕਦੇ ਆਪਣੇ ਆਪ ਦੇ ਅੰਦਰ ਵਿੱਚ ਝਾਤ ਹੀ ਮਾਰੀ। ਕਿਉਂਕਿ ਸਤਿਗੁਰਾਂ ਦੀ ਬਾਣੀ ਆਖਦੀ ਆ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾੜ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾੜ। ਉਹ ਅਕਾਲ ਪੁਰਖ ਵਾਹਿਗੁਰੂ ਤੇਰੇ ਅੰਦਰ ਹੈ। ਜੇ ਤੂੰ ਵੇਖੇ ਸਭ ਕੁਝ ਤੇਰੇ ਅੰਦਰ ਹੀ ਹੈ। ਜਿਵੇਂ ਦੁੱਧ ਦੇ ਵਿੱਚ ਮੱਖਣ ਵੀ ਹੈ, ਦਹੀਂ ਵੀ ਹੈ, ਪਰ ਪ੍ਰੈਕਟੀਕਲ ਕਰਕੇ ਫਿਰ ਦਿਖਦਾ ਹੈ। ਇਸੇ ਤਰ੍ਹਾਂ ਰੱਬ ਨੂੰ ਵੇਖਣ ਵਾਸਤੇ ਸਾਨੂੰ ਆਪਣਾ ਆਪ ਖੋਜਣਾ ਪੈਣਾ, ਸੇਵਾ ਕਰਨੀ ਪੈਣੀ ਹੈ। ਸੇਵਾ ਸਿਮਰਨ ਕੀਤਿਆਂ ਸਾਡਾ ਅੰਦਰਲਾ ਜਿਹੜਾ ਕਪਾਟ ਨੇ ਉਹ ਖੁੱਲ੍ਹਦੇ, ਫਿਰ ਕਿਤੇ ਜਾ ਕੇ ਰੱਬ ਦਾ ਦੀਦਾਰ ਹੁੰਦਾ, ਦਰਸ਼ਨ ਹੁੰਦਾ। ਪਰ ਅਸੀਂ ਇੱਕ ਦੋ ਦਿਨ ਬਹਿ ਕੇ ਬਾਣੀ ਬਾਣੀ ਪੜ੍ਹ ਕੇ ਕਹਿੰਦੇ ਆ ਵੀ ਸਾਨੂੰ ਰੱਬ ਦਾ ਦਰਸ਼ਨ ਹੋ ਜਾਏ। ਐਵੇਂ ਨਹੀਂ ਹੁੰਦਾ। ਇੱਥੇ ਸਮੇਂ ਦੇ ਯੁੱਗਾਂ ਦੇ ਯੁੱਗ ਲੱਗ ਜਾਂਦੇ ਨੇ, ਬੜੀਆਂ ਲੰਬੀਆਂ ਲੰਬੀਆਂ, ਬੜੇ ਸਾਲਾਂ ਦੇ ਸਾਲ ਲੱਗ ਜਾਂਦੇ ਨੇ, ਸਦੀਆਂ ਲੱਗ ਜਾਂਦੀਆਂ ਨੇ। ਪਰ ਇੱਕ ਥਾਵੇਂ ਮਹਾਰਾਜ ਜੀ ਇਉਂ ਵੀ ਕਹਿੰਦੇ ਨੇ ਵੀ ਤੂੰ ਜੇ ਕਿਤੇ ਸੱਚੇ ਦਿਲੋਂ ਰੱਬ ਨੂੰ ਧਿਆਨ ਲਈ, ਉਹ ਤੇਰਾ ਇੱਕ ਮਿੰਟ ਲੱਗਿਆ ਬਹੁਤ ਹੈ। ਹੁਣੇ ਬਾਣੀ ਦਾ ਉਚਾਰਨ ਹੋਇਆ, ਸੁਖਮਨੀ ਸਾਹਿਬ ਦੇ ਵਿੱਚ ਆਉਂਦਾ ਹੈ, ਕਿਨ ਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਇੱਕ ਗਿਣ ਕਾ ਵੀ ਜਿਹਦੇ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ ਲਿਆ, ਉਹਦੀ ਮਹਿਮਾ ਗਣੀ ਨਹੀਂ ਜਾਂਦੀ। ਕਹਿਣ ਤੋਂ ਬਾਹਰੀ ਹੈ, ਕਿਨ ਕਾ ਏਕ ਜੇ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਹੋਵੇ। ਇਹ ਸੇਵਾ, ਇਹ ਬਿਰਤੀ ਕਦੋਂ ਬਣਦੀ ਹੈ? ਸੇਵਾ ਸਿਮਰਨ ਕੀਤਿਆਂ। ਸੇਵਾ ਸਿਮਰਨ ਕੀਤਿਆਂ ਤੇ ਇਤਿਹਾਸ ਆਉਂਦਾ। ਆਪਾਂ ਥੋੜੀ ਵਿਚਾਰ ਲੈ ਕੇ ਸਮਾਪਤੀ ਕਰ ਦੇਣੀ ਹੈ। ਮੌਸਮ ਵੀ ਖਰਾਬ ਹੈ ਗੁਰੂ ਪਿਆਰੇ, ਥੋੜੇ ਸਮੇਂ ਵਿੱਚ ਆਪਾਂ ਸਮਾਪਤੀ ਸਾਰੀ ਕਰ ਦਿਆਂਗੇ। ਥੋੜੀ ਜਿਹੀ ਇਤਿਹਾਸ ਆਪਾਂ ਜ਼ਰੂਰ ਲਈਏ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਭਾਈ ਤੀਰਥਾ ਨਾਮ ਕਰਕੇ ਇੱਕ ਮਹਾਰਾਜ ਜੀਆਂ ਦਾ ਸਿੱਖ ਹੋਇਆ। ਸਿੱਖ ਬਾਅਦ ਵਿੱਚ ਹੋਇਆ। ਪਹਿਲਾਂ ਸੀਗੇ ਸਖੀ ਸਰਵਰ ਦਾ ਚੇਲਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਸਮੇਂ ਸਖੀ ਸਰਵਰ ਹੋਇਆ, ਪੀਰ ਹੋਇਆ ਬਹੁਤ। ਉਸ ਸਮੇਂ ਵੱਡਾ ਪੀਰ ਮੰਨਿਆ ਗਿਆ। ਤੇ ਭਾਈ ਤੀਰਥੇ ਦੇ ਪਿੰਡ ਦੇ ਸਾਰੇ ਹੀ ਪਿੰਡ ਸੀ ਜਿਹੜਾ ਭਾਈ ਤੀਰਥੇ ਦਾ ਸਖੀ ਸਰਵਰ ਦਾ ਚੇਲਾ, ਤੇ ਆਪ ਵੀ ਚੇਲਾ ਸੀ। ਹੁਣ ਗਲੀਆਂ ਵਿੱਚ ਗਲ ਵਿੱਚ ਢੋਲ ਪਾ ਕੇ ਗਲੀਆਂ ਵਿੱਚ ਫਿਰਦਾ, ਚੂੜੀਆਂ ਪਾਈਆਂ ਨੇ, ਵਾਲ ਖੋਲ ਕੇ ਰਮਤਾ ਜਿਹਾ ਬਣਿਆ ਭਾਈ ਤੀਰਥਾ ਇਉਂ ਫਿਰਦਾ। ਉਹਦੀ ਯਾਦ ਵਿੱਚ ਭਾਈ ਤੀਰਥਾ ਜਿਵੇਂ ਰਮਤੇ ਕਹਿੰਦੇ ਆਓ ਗਲੀਆਂ ਵਿੱਚ ਢੋਲ ਪਾਇਆ ਗਲ ਦੇ ਵਿੱਚ, ਤੇ ਭਾਈ ਤੀਰਥਾ ਸਖੀ ਸਰਵਰ ਦਾ ਚੇਲਾ ਆਪ ਸਖੀ ਸਰਵਰ ਦੇ ਜਾਂਦਾ ਸੀ ਤੇ ਹੋਰਾਂ ਨੂੰ ਪ੍ਰੇਰ ਕੇ ਲੈ ਕੇ ਜਾਂਦਾ ਸੀ। ਤੇ ਕਿਉਂ ਗੁਰੂ ਪਿਆਰਿਓ, ਸ਼ਰਾਬੀ ਹੁੰਦਾ, ਸ਼ਰਾਬ ਪੀਣ ਵਾਲਾ ਆਪ ਸ਼ਰਾਬੀ ਹੁੰਦਾ ਤੇ ਹੋਰਾਂ ਨੂੰ ਠੇਕੇ ਤੇ ਲੈ ਜਾਂਦਾ। ਸੰਗਤ ਵਿੱਚ ਆਉਣ ਵਾਲੇ ਸੰਗਤ ਜੀ
ਕੁਝ ਪ੍ਰਾਣੀ ਆਪ ਜਾਂਦੇ ਨੇ, ਸੰਗਤ ਕਰਨ ਦਾ ਸੁਭਾਅ ਹੁੰਦਾ ਹੈ ਤੇ ਉਹ ਹੋਰਾਂ ਨੂੰ ਪ੍ਰੇਰ ਕੇ ਲੈ ਜਾਂਦੇ ਨੇ। ਮਾਈਆਂ ਦਾ ਕੰਮ ਵੀ ਇਹੋ ਹੁੰਦਾ ਹੈ, ਮਾਈਆਂ ਆਪ ਧਾਗੇ ਤਵੀਤਾਂ ਵਾਲਿਆਂ ਦੇ ਜਾਂਦੀਆਂ ਨੇ ਤੇ ਹੋਰਾਂ ਨੂੰ ਉਹ ਬਾਬਾ ਬੜਾ ਕਮਾਲ ਦਾ ਹੈ, ਉਹ ਬਾਬਾ ਇਉਂ ਮਿੰਟ 'ਚ ਕੰਮ ਕਰ ਦਿੰਦਾ ਹੈ, ਰਾਤੋਂ ਰਾਤ ਤੇਰੇ ਸਭ ਭੂਤ ਕੱਢ ਦੇਗਾ। ਮਾਈਆਂ ਆਪ ਜਾਂਦੀਆਂ ਨੇ ਤੇ ਹੋਰਾਂ ਨੂੰ ਪ੍ਰੇਰ ਕੇ ਧਾਗੇ ਤਵੀਤਾਂ ਵਾਲਿਆਂ ਵੱਲ ਲੈ ਜਾਂਦੀਆਂ। ਸਖੀ ਸਰਵਰ ਦੇ ਚੇਲੇ ਭਾਈ ਤੀਰਥ ਦਾ ਵੀ ਇਹੀ ਕੰਮ ਸੀ, ਆਪ ਜਾਂਦਾ ਸੀ ਤੇ ਹੋਰਾਂ ਨੂੰ ਉਹਦੀ ਸੰਗਤ ਬਣਾਉਣਾ, ਪਿੰਡਾਂ ਵਿੱਚੋਂ ਗਲੀਆਂ ਸ਼ਹਿਰਾਂ ਵਿੱਚੋਂ ਲੈ ਕੇ ਭਾਈ ਤੀਰਥ ਨੇ ਸਖੀ ਸਰਵਰ ਕੋਲ ਜਾਣਾ, ਇਹੋ ਕੰਮ ਸੀ ਉਦੋਂ। ਤੇ ਸਮਾਂ ਲੰਘਦਾ ਗਿਆ। ਇੱਕ ਦਫਾ ਅੰਮ੍ਰਿਤਸਰ ਦੇ ਕੋਲ ਦੀ ਲੰਘਦਾ ਜਾ ਰਿਹਾ ਤੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਈ, ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਈ, ਬਾਣੀ ਦੀ ਆਵਾਜ਼ ਪਈ ਤੇ ਸੁਣਿਆ, ਬੜਾ ਮਨ ਸ਼ਾਂਤ ਹੋਇਆ। ਭਾਈ ਤੀਰਥੇ ਦਾ ਮਨ ਬੜਾ ਸ਼ਾਂਤ ਹੋਇਆ, ਇੱਕ ਠੰਡਕ ਜੀ ਮਿਲੀ, ਸ਼ਾਂਤੀ ਮਿਲੀ, ਸ਼ਾਂਤੀ ਮਿਲੀ। ਤੇ ਉਹ ਗੁਰਸਿੱਖ ਨੂੰ ਪੁੱਛਣਾ ਕੀਤਾ ਵੀ ਭਾਈ ਤੂੰ ਇਹ ਬਾਣੀ ਕਿਹਦੀ ਪੜ੍ਹ ਰਿਹਾ, ਜਿਹੜਾ ਇਹ ਕਲਾਮ ਹੈ ਤੂੰ ਕਿਹਦਾ ਪੜ੍ਹਦਾ? ਤੇ ਗੁਰਸਿੱਖ ਨੇ ਦੱਸਣਾ ਕੀਤਾ ਇਹ ਬਾਣੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਇਹ ਬਾਣੀ ਹੈ। ਭਾਈ ਤੀਰਥ ਨੇ ਪੁੱਛਣਾ ਕੀਤਾ ਵੀ ਹੁਣ ਹੈ ਨੇ ਮੈਂ ਜੇ ਦਰਸ਼ਨ ਕਰਨੇ ਹੋਣ? ਉਹ ਗੁਰਸਿੱਖ ਕਹਿਣ ਲੱਗਿਆ ਕਿ ਭਾਈ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜ਼ਰੂਰ ਨੇ, ਪਤਾ ਦੱਸ ਦਿੱਤਾ ਇਸ ਥਾਂ ਤੇ ਬੈਠੇ ਨੇ, ਜਾ ਕੇ ਦਰਸ਼ਨ ਕਰ ਲੈ। ਭਾਈ ਤੀਰਥਾ ਗਿਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ, ਬੜੀ ਮਹਿਮਾ ਸੁਣੀ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ। ਤੇ ਆਇਆ ਮਹਾਰਾਜ ਦੀਆਂ ਗੁਰਸਿੱਖ ਪਾਸੋਂ ਜਿਵੇਂ ਸੁਣਿਆ ਸੀ ਗੁਰਸਿੱਖ ਪਾਸੋਂ ਵੀ ਹਾਂ ਮਹਾਰਾਜ ਜੀ ਇੱਥੇ ਬੈਠੇ ਹੋਣਗੇ, ਪੰਜਵੀਂ ਜੋਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ। ਜਦੋਂ ਜਾ ਕੇ ਦਰਸ਼ਨ ਕੀਤਾ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੇਢ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਰਸ਼ਨ ਕੀਤਾ। ਭਾਈ ਸਖੀ ਸਰਵਰ ਦੇ ਚੇਲਾ ਕੀ ਆਖ ਰਿਹਾ, ਜੈਸਾ ਸੁਣਿਆ ਸੀ ਸਤਿਗੁਰ ਮੇਰਾ, ਡਿਠਾ ਨਾਲ ਅੱਖੀਆਂ ਦੇ, ਸੁਣਿਆ ਸੀ ਸਤਿਗੁਰ ਮੇਰਾ, ਡਿਠਾ ਨਾਲ ਅੱਖੀਆਂ ਦੇ, ਸਤਿਗੁਰ ਮੇਰਾ, ਡਿਠਾ ਨਾਲ ਅੱਖੀਆਂ, ਜੈਸਾ ਸੁਣਿਆ ਸੀ ਸਤਿਗੁਰ ਮੇਰਾ, ਡਿਠਾ ਨਾਲ ਅੱਖੀਆਂ ਦੇ, ਸਤਿਗੁਰ ਮੇਰਾ, ਡਿਠਾ ਨਾਲ। ਸੁਣਿਆ ਸੀ ਸਤਿਗੁਰ ਮੇਰਾ, ਸਤਿਗੁਰ ਮੇਰਾ, ਡਿਠਾ ਨਾਲ ਅੱਖੀਆਂ, ਸੁਣਿਆ ਸਤਿਗੁਰ ਮੇਰਾ, ਡਿਠਾ ਨਾਲ ਅੱਖੀਆਂ ਦੇ, ਸਤਿਗੁਰ ਮੇਰਾ, ਹਾਂ ਡਿਠਾ ਨਾਲ ਅੱਖੀਆਂ, ਐਸਾ ਸੁਣਿਆ ਸੀ ਸਤਿਗੁਰ ਮੇਰਾ, ਡਿਠਾ ਨਾਲ ਅੱਖੀਆਂ, ਗੁਰ ਮੇਰਾ, ਡਿਠਾ ਨਾਲ ਅੱਖੀਆਂ, ਜੈਸਾ ਸਤਿਗੁਰ ਸੁਣੀਂਦਾ। ਜੈਸਾ ਗੁਰਸਿੱਖ ਪਾਸੋਂ ਮਹਿਮਾ ਸੁਣੀ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ, ਜਦੋਂ ਸਾਹਮਣੇ ਦਰਸ਼ਨ ਕੀਤੇ ਨਿਹਾਲ ਹੋ ਗਿਆ ਮਨ, ਮਹਾਰਾਜ ਜੀਆਂ ਦੇ ਚਰਨਾਂ ਤੇ ਡਿੱਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਿਆ, ਭਾਈ ਤੀਰਥਾ
भाई तीरथा कहन लग्या महाराज जी सिक्खी दी दात बख्श दिओ। मैं आप जी दी बाणी सुनी गुरु नानक देव पातशाह महाराज जी दी, ऐसे बाणी दे तीर वजे कबीर सतगुर सूर में बाह्या बाण जो एक, लागत ही गिर परया परा कलेजे शेख। महाराज जी आप जी दी बाणी ने ऐसे बाण मारे, डिगडा तैंदा आप जी दर ते डिग्या। महाराज जी किरपा करो बाणी दी दात गुरसिੱਖੀ दी दात बख्श दिओ। गुरु अर्जन देव पातशाह महाराज जी कहन लगे, ओ भाई तीरथिया, एक म्यान दे विच दो तलवारां नहीं पैंदियां हुंदियां, एक घुरने दे विच दो शेर नहीं रहिंदे हुंदे। तू कहना गुरसिੱਖੀ दी दात बख्श दिओ, सिੱਖੀ दी दात बख्श दिओ, तू तां पहले ही सखी सरवर दा चेला है। महाराज जी दे अगे हाथ जोड़े, मन विच सोचदा भी पूरा सतगुरु है, अधूरा नहीं, ये तां दिलां दियां जानण वाला। मैं तां अजे कुछ दस्सिया भी नहीं भी मैं इहदी सिੱਖੀ धारण कीती है जां सखी सरवर दा चेला। मनो मनी सोचदे भी पक्का गुरु है, कोई अधूरा नहीं। ते कहन लग्या महाराज जी जिवें आप जी कहोगे मैं उवें करन लई तैयार हां। गुरु अर्जन देव पातशाह महाराज जी कहंदे, भाई तीरथिया बड़ी औखी है, ये हर एक दे वस दी गल नहीं सिੱਖੀ धारण करनी, सब कुछ छड्डना पैना। गरीबी अमीरी आ सकती है, जे अमीरी है तो गरीबी आ सकती है, गरीबी है तो अमीरी आ सकती है। सुख दुख आउंदे जांदे ने, ते पे वेख लै भी जे बड़ी औखी घाटी है, जे चल सकदा कसौटी तां। ते महाराज जी पहला कहन लगे, भाई तीरथिया तैं घर दे विच सखी सरवर दी मट बनाया, समाध बनाई हुई है। कहंदा हाँ महाराज बनाई है। कहंदे पहला तो जाके फिर ओनू ढक, क्योंकि जे सिੱਖੀ धारण करनी है, सिੱਖੀ तां सारी ये असूलां तो ये कर्म कांडां तो बहुत दूर है। जिहड़ी मटी बनाई हुई है, मटां दा सिख पुजारी नहीं। जे सिੱਖੀ धारण करनी है पहला तो इउं कर, ते अजे भी वेख ले, हुण तां तू पिंड दा चौधरी कहाउना। पिंड दा चौधरी सी भाई तीरथा, भी हुण तां पिंड दा चौधरी कहाउना। ऐसा समा आ जाएगा तेनू किसी ने पुछना नहीं, गरीबी आ जाएगी, हुण तां पैसा धन तेरे कोल बड़ा नहीं। महाराज जिवें आप जी हुक्म करो। गया घर जाके पत्नी नूं कहण लग्या, लिया थोड़ा फड़ा। मैं घर वाली पुछदी है की करना। जद नूं सारियां ओ मटी जिहड़ी बनाई सी तोड़ के इट्टां सारियां चक के घर तो बाहर रखतियां। सारा पिंड विच गल्लां होण लग गईयां, भाई तीरथे नूं की हो गया, तेनू गुरु सखी सरवर सराफ दे देगा, तू ओदी माटी चक भन के बाहर रख दिती है। सारे कहण लगे, पिंड वाले भी कमला हो गया, रमता हो गया, पता नहीं किहदे पिछे लग गया, सखी सरवर दी समाध जाके भन दिती है। हुण तां पिंड दा चौधरी कहाउना, तेनू किसी ने चौधरी नहीं देनी। फिर कहन लगे, नहीं महाराज, जाके सारा कुछ भन के बाहर रखता। महाराज जी ने वह भी वचन करता भी भाई तीरथिया याद विच लग्या रही, जदों याद करांगे, जदों चिट्ठी भेजांगे फिर वापस आई। सतन वचन कहंदा महाराज जियां नूं। घर चलिया गया, जाके समाध सी सारी ढा दिती, सच्चे गुरु दे लड़ लग गया। ते गुरु प्यारिओ ऐसा समा आउंदा गया, चौधर सी पिंड दी, चौधर तो भी ला दिता गया। कौन कहंदा मैं चौधर छड्ड दियां, कौन कहंदा मैं चौधर छड्ड दियां। इलाके वाला कहंदा, प्रधान मंत्री कहंदा मेरे सारी दुनिया ते मेरे इलाके विच राज होए। ते उस तो MLA कहंदा मेरा जिन्हें मेरे दायरे विच आउंदा राज हो जाए, मेरी चौधर नहीं खिसकनी चाहिदी। ते गुरु प्यारो हेठां जिन्ने भी पंच सरपंच जिन्ने आ जांदे ने, कौन चाहुंदा मैं चौधर छड्ड दियां पिंड दी।
भाई तीर्थ ने चौधर भी छड्डी। गुरु अर्जन देव पातशाह महाराज जी ने पहला कह दिता भी चौधर पुणा सारा कुछ किथों खो लिया जाना पिंड वालियां ने। ते महाराज जी कहंदे इत्थे सेवा प्रवान है, प्रधानगी प्रवान नहीं। ते हुण अपने वल झाती मार लियो, असीं की कहने आ महाराज नूं। महाराज तो इउं कहंदे ने महाराज बई भाई इत्थे सेवादार प्रवान है, कोई प्रधान नहीं कोई। ते आपां महाराज जी नूं मुड़ के जवाब दिंदे आ, महाराज जी सेवादार थोनों प्रवान होऊगा, असीं प्रधान चंगे आ। आखो सतनाम। असीं प्रधान चंगे आ, सेवादार थोड़े दर ते थोनों प्रवान होऊगा। ते गुरु प्यारिओ चौधर भी खो लई गई। सारे पिंड दे विच कुछ मझां गाइयां सी भाई तीर्थे दियां, वो भी मर गईयां। कंगाली दा वास होण लग गया इहदे घर विच। गुरु अर्जन देव पातशाह महाराज जी ने पहला कह दिता सी ऐसा समा आ गया। गुरु अर्जन देव पातशाह महाराज जी ने चिट्ठी भेजी गुरसिख पास। चिट्ठी दे विच जदों देखिया ना भी चिट्ठी आई है, गुरसिख आया है, भाई तीर्था भज के महाराज जी गुरसिख पास गया। कहन लग्या गुरसिखा की लिखा चिट्ठी दे विच, पढ़ के सुनाता। गुरसिख कहन लग्या भी महाराज जी ने चिट्ठी भेजी है, विच लिखिया भाई तीर्थे गुरु घर सेवा चलदी है दरबार साहब, 21 मोहरां दी लोड़ है, तेनों सेवा लाई है। ते सोचण लग गया भी महाराज ने यह की परचा पा दिता, घर विच गरीबी आ गई। ते झट ही इहदी घरवाली कहन लगी भाई तीर्थे दी, रोको गुरसिख जी मैं शाहूकार ओहदे कोल जानी आ, तुहानूं माया लिया के दिंदी आ। गई शाहूकार कोल जाके कहन लगी भी तेरी सदा वास्ते नौकरानी बन जाऊंगी, घर दा सारा काम मैनूं 21 मोहरां दे दे। 21 मोहरां शाहूकार पासों लिया के गुरसिख भाज वापस भेजियां। समा लंघदा गया, ऐसा समा आ गया घर विच जो मझां गाइयां जो भी सी वो भी मर गईयां। कंगाली दा वास आउण लग गया। महाराज जी ने पहला कह दिता सी भाई तीर्थया जे तू सिੱਖੀ धारण करनी चाहुंदा है, ये बड़ी औखी घाटी है। ऐसा समा भी आ जाएगा, कहो जिहा सारे बड़े प्यार नाल। गल विच लीरा हाल फकीरा सौदे ने तकदीरा। गल विच लीरा हाल फकीरा सौदे ने तकदीरा दे। गल विच हाँ गल विच लीरा हाल लीरा हाल फकीरा माइया ही बोले गल विच लीरा हाल फकीरा सौदे दे तकदीरा। गल विच लीरा हाल फकीरा सौदे ने तकदीरा दे। सौदे ने तकदीरा दे गल विच लीरा। गरीबी गदा हमारी खन्ना सगल रेन ए छारी। इयों गुरु भाई तीर्थे ने गुरु अर्जन देव पातशाह महाराज जी ने भाई तीर्थे नूं पहला दस दिता भी फकीर हो जाएगा
घर विचों अमीरी चली जाएगी, चौधरता खो ली जाएगी। सत वचन कहंदा सारा कुछ छड्ड के समा पिया। गुरु अर्जन देव पातशाह महाराज जी ने दोबारा फिर पत्रिका भेजी, चिट्ठी भेजी, विच लिखिया गुरसिख लैके आया दोबारा। जदों वेख्या भाई तीर्थ ने गुरु अर्जन देव पातशाह, भाई तीर्था मन में सोचन लग्या भी गुरु अर्जन देव पातशाह महाराज जी। भाई तीर्था फिर कहन लग्या गुरसिख जी पढ़ के सुनाओ तां की लिखिया महाराज जियां ने। सिख पढ़ के सुनाउण लग्या महाराज जी गुरु अर्जन देव पातशाह महाराज जी ने इउं लिखिया बई 51 मोहरां चाहीदियां ने। गुरु घर विच सेवा चलदी है, गुरु घर सेवा चलदी है, सोने दियां मोहरां 51। ते भाई तीर्था फिर पहला 21 बड़ियां औखियां दित्तियां, मंग के लिया के दित्तियां, हुण 51 की करिए। पर सिदक रखिया भाई तीर्थ ने, सिदक भरोसा रखिया महाराज जियां दे। 51 मोहरां ते घर वाली कहन लगी भाई तीर्थे दी, बई भाई तीर्थे नूं कहन लगी भी शाहूकार चाहुंदा अपनी धी नाल विआह करना, शाहूकार चाहुंदा अपनी धी नाल विआह करना। मैं उहदे पासों जानी आ, उहदे नाल विआह करवा के 51 फिर कर दांगे, 51 मोहरां लै लैने, उहदे नाल वादा पक्का कर लैने। 51 मोहरां लिया के भाई गुरसिख नूं फड़ाइयां, पत्रिका सने गुरु अर्जन देव पातशाह कोल पहुंचदियां करतियां। 51 मोहरां भी दे दित्तियां, सिदक रखिया, सिदक रखिया भी हाँ महाराज एक ना एक दिन जरूर भाग लाउणगे, मैनू जरूर बुलाउणगे। ते गुरु प्यारो सिदक बिना किसे काम दा ये मनुख नहीं, जे सिदक ने गुरु ते। पर भाई तीर्थ ने सिदक रखिया, सिदक रखिया ही गुरु अर्जन देव पातशाह महाराज जी ने भाई तीर्थ नूं अपने, भाई तीर्थ ने सिदक रखिया। आओ सारे बड़े प्यार नाल जिन्ना ने सिदक तेरे ते रखिया ओना सब किछ पाया है। जिन्ना ने सिदक तेरे ते रखिया किछ पाया है। जिन्ना ने सिदक तेरे रखिया, जिन्ना ने सिदक तेरे ते रखिया, हाँ सिदक तेरे ते रखिया। ओ तां गए जहानों खाली। गुरु अर्जन अपने गुरु ते भरोसा टेक टकाई, टेक जिन्हों सिदक ही ना आया वो जहान विचों खाली जाते। ओ तां गए जहानों खाली जिन्हां नूं सिदक ना आया। गए जहानों खाली जिन्हां नूं सिदक ना आया। ओ तां गए जहानों जहानों खाली। ओ तां गए जहानों गए जहानों खाली। सिदक रखिया भाई तीर्थ ने भी हाँ महाराज एक ना एक दिन। 51 मोहरां भी भेज दित्तियां लंगरां वास्ते, इमारतां दे वास्ते, सेवा विच 51 मोहरां गुरु अर्जन देव पातशाह महाराज जी ने दूजी वार मंगाइयां सी, वो भी भेज दित्तियां। एहो जिहा गरीबी दा घर विच कंगाली आ गई, पर सिदक नहीं छड्डिया। सिदक ते रहे भाई तीर्थ भी हाँ महाराज एक ना एक। तीसरी बार महाराज जी ने फिर पत्रिका भेजी। तीसरी बार पत्रिका विच लिखदे ने भाई तीर्थया तेनों तेरे गुरु ने याद किया, जो काम करदा छड्ड के आ जा।
ਜੋ ਕੰਮ ਕਰਦਾ ਛੱਡ ਕੇ ਆ ਜਾ, ਤੈਨੂੰ ਤੇਰੇ ਗੁਰੂ ਨੇ ਯਾਦ ਕੀਤਾ। ਪੱਤਰਕਾਰ ਲੈ ਕੇ ਗਿਆ, ਗੁਰਸਿੱਖ ਜਦੋਂ ਵੇਖਿਆ ਭਾਈ ਤੀਰਥੇ ਨੇ, ਖੁਸ਼ ਹੋ ਗਿਆ। ਦਗਦਗ ਕਰਦਾ ਚਿਹਰਾ ਭਾਈ ਤੀਰਥਾ, ਦਗਦਗ ਕਰਦਾ ਚਿਹਰਾ, ਹੱਸਦਾ ਹੱਸਦਾ ਵੀ ਗੁਰਸਿੱਖ ਆਇਆ, ਮਹਾਰਾਜ ਜੀ ਨੇ ਬੁਲਾ ਲਿਆ। ਭੱਜਿਆ ਆ ਰਿਹਾ, ਜੋ ਦਿਸੈ ਗੁਰਸਿੱਖਣਾ ਤਿਸ ਨਿਵ ਨਿਵ ਲਾਗੂ ਪਾਏ ਜੀ। ਵੀ ਜਿਹੜਾ ਗੁਰਸਿੱਖ ਦਾ, ਗੁਰੂ ਦਾ ਪਿਆਰਾ ਦਿਖ ਜਾਏ, ਮੈਂ ਚਰਨ ਧੋ ਕੇ ਪੀਵਾਂ, ਇਉਂ ਵੀ ਆਖਦੇ ਨੇ ਮਹਾਰਾਜ ਜੀ। ਸਿੱਖੜਾ ਤੇ ਨਿਵ ਨਿਵ ਲਾਗੂ ਪਾਏ ਜੀਓ, ਮੈਂ ਉਹਦੇ ਚਰਨਾਂ ਤੇ ਨਮਸਕਾਰ ਕਰ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਇਉਂ ਆਖਦੇ ਨੇ ਵੀ ਕਿਤੇ ਗੁਰਸਿੱਖ ਮਿਲ ਜਾਏ, ਉਹਦੇ ਚਰਨ ਚੁੰਮਣ ਤੱਕ ਪਰਸਨ। ਤੇ ਗੁਰ ਪਿਆਰੇ ਹੋਣ ਦੇ ਸਮੇਂ ਵਿੱਚ ਧਿਆਨ ਮਾਰ ਕੇ ਦੇਖ ਲਿਓ, ਚੋਲੇ ਵਾਲਾ ਕੋਈ ਗਾਤਰੇ ਵਾਲਾ ਦੂਰੋਂ ਵੇਖ ਕੇ, ਲੈ ਇਹ ਆਉਂਦਾ ਤੁਰਿਆ ਬਾਬਾ, ਕਹਿੰਦਾ ਕਿ ਇਹਨੂੰ ਕੁਝ ਨਹੀਂ, ਗੁਰੂ ਘਰ ਦਾ ਬਾਬਾ। ਕੀਰਤਨੀਏ ਸਿੰਘਾਂ ਨੂੰ ਦੂਰੋਂ ਵੇਖ ਕੇ ਕਹਿ ਦਿੰਦਾ, ਲੈ ਇਹ ਦੂਰੋਂ ਹੀ ਸੱਜ ਸਵਰ ਕੇ ਤੁਰਿਆ ਆਉਂਦਾ। ਕੋਈ ਚੰਗਾ ਕੱਪੜਾ ਪਾ ਲਏ, ਦੂਰੋਂ ਕਹੇਗਾ, ਲੈ ਇਹਨੇ ਇੰਨੇ ਸੋਹਣੇ ਕੱਪੜੇ ਪਾ ਕੇ ਕਿੱਧਰ ਜਾਣਾ, ਵੀ ਤੂੰ ਹੈ ਜ਼ਰੂਰ ਪਾਉਣ ਵਾਸਤੇ। ਤੇ ਮਹਾਰਾਜ ਜੀ ਦੀ ਬਾਣੀ ਤੇ ਇਉਂ ਆਖਦੇ ਆ, ਜੋ ਦਿਸੈ ਗੁਰਸਿੱਖੜਾ ਤੇ ਨਿਵ ਨਿਵ ਲਾਗੂ ਪਾਏ ਜੀਓ। ਵੀ ਉਹਦੇ ਪੈਰਾਂ ਵਿੱਚ ਬਹਿਣ ਤੱਕ ਜਾ, ਉਹਦੀ ਸੇਵਾ ਕਰ। ਪਰ ਅੱਜ ਦਾ ਸਮਾਂ ਰਾਮ ਰਾਮ ਸਾਥੀਆ ਗੁਰੂ ਪਿਆਰਿਓ, ਭਾਈ ਤੀਰਥ ਨੇ ਜਦੋਂ ਵੇਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਨੂੰ, ਵੀ ਹਾਂ ਪੱਤਰਕਾ ਭੇਜੀ ਹੈ, ਵਿੱਚ ਲਿਖਿਆ, ਪੱਤਰਕਾ ਪੜ੍ਹ ਕੇ ਸੁਣਾਉਣ ਲੱਗਿਆ, ਭਾਈ ਤੀਰਥਿਆ ਤੈਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਹ ਕਿਹਾ ਵੀ ਜੋ ਕੰਮ ਕਰਦਾ ਛੱਡ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਹਾਜ਼ਰ ਹੋ ਜਾ।